ਵੀਰ ਮਨਜੀਤ ਸਿੰਘ ਜੀ ਕਰਤਾਰਪੁਰ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਤੇ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਰੂਪ ਗੁਰੂ ਪਿਆਰੇ ਖਾਲਸਾ ਜੀ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਦੀ ਮੁਸ਼ਕਲ ਨੂੰ ਸਮਝਦੇ ਹਾਂ, ਕਿਉਂਕਿ ਲਗਾਤਾਰ ਬੈਠਣਾ ਮੁਸ਼ਕਲ ਵੀ ਹੋ ਜਾਂਦਾ ਕਾਫੀ, ਪਰ ਚਲੋ ਇਸ ਸਮੇਂ ਦਾ ਇੱਕ ਫਾਇਦਾ ਹੈ ਵੀ ਹੁਣ ਕਮ ਸੇ ਕਮ ਆਪਣੇ ਮਨਾਂ ਦੇ ਅੰਦਰ ਇਹ ਗੱਲ ਨਹੀਂ ਹੈਗੀ ਕਿ ਆਪਾਂ ਜਾ ਕੇ ਦੁਕਾਨ ਖੋਲ੍ਹਣੀ ਆ ਜਾਂ ਕਿਸੇ ਰਿਸ਼ਤੇਦਾਰੀ 'ਚ ਜਾਣਾ ਆ, ਹੁਣ ਸੌਣਾ ਹੀ ਆ ਜਾ ਕੇ। ਸਮਾਂ ਵੀ ਕਾਫੀ ਹੋ ਗਿਆ। ਮੈਂ ਪ੍ਰਬੰਧਕਾਂ ਕੋਲੋਂ ਥੋੜ੍ਹੀ ਇਨਫੋਰਮੇਸ਼ਨ ਚਾਹੁੰਦਾ, ਅਗਰ ਸੰਗਤ 2 ਮਿੰਟ ਲਈ ਖੜੀ ਹੋ ਕੇ ਬੈਠ ਜਾਵੇ ਤਾਂ ਇਹਦੇ ਵਿੱਚ ਕੋਈ ਮਰਿਆਦਾ ਦੇ ਤੌਰ 'ਤੇ ਕੋਈ ਨੁਕਸਾਨ ਤਾਂ ਨਹੀਂ? ਮੈਂ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ, ਇੱਕ ਵਾਰੀ ਆਪਾਂ ਥੋੜ੍ਹਾ ਜਿਹਾ ਖੜੇ ਹੋ ਲਈਏ। ਲਗਾਤਾਰ ਬੈਠੇ ਹਾਂ ਕਾਫੀ ਦੇਰ ਦੇ, ਖੜ੍ਹ ਲਓ ਇੱਕ ਵਾਰੀ, ਖੜ੍ਹ ਕੇ ਫਿਰ ਆਪਾਂ ਬੈਠ ਜਾਂਦੇ, ਕੋਈ ਨਹੀਂ। ਖੜ੍ਹ ਲਓ ਮਾੜਾ ਜਿਹਾ ਇੱਕ ਵਾਰੀ, ਖੜ੍ਹ ਲਓ, ਭੈਣਾਂ ਨੂੰ ਬੇਨਤੀ ਹੈ, ਖੜ੍ਹ ਲਓ ਸੰਗਤ ਜੀ 2 ਮਿੰਟ ਲਈ। ਆਪਾਂ ਖੜ੍ਹ ਕੇ ਨਾ ਆ ਨੌਜਵਾਨਾਂ ਨੂੰ ਬੇਨਤੀ ਆ, ਖੜ੍ਹ ਕੇ 5 ਜਕਾਰੇ ਲਾ ਦਿਓ, એનર્ਜੀ ਜੀ ਆ ਜਾਏਗੀ ਸਰੀਰ ਦੇ ਅੰਦਰ ਥੋੜ੍ਹੀ ਜਿਹੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਦੋ ਬੇਨਤੀਆਂ ਸਾਰੇ ਹੀ ਬੁਲਾਰਿਆਂ ਦੇ ਚਰਨਾਂ 'ਚ ਆ। ਮੈਂ ਵੀ ਬੋਲ ਰਿਹਾ ਸਟੇਜ 'ਤੇ ਮੈਂ ਖੁਦ ਨੂੰ ਵੀ ਇਹ ਗੱਲ ਮਹਿਸੂਸ ਕਰਦਾ। ਗੁਰੂ ਸਾਹਿਬ ਕਿਰਪਾ ਕਰਨ, ਕੋਸ਼ਿਸ਼ ਇਹ ਕਰੀਦੀ ਆ ਵੀ ਜਦੋਂ ਵੀ ਕਿਸੇ ਸਮਾਗਮ 'ਤੇ ਜਾਈਏ, ਬੇਸ਼ੱਕ ਪਹਿਲਾਂ ਜਾਈਏ ਜਾਂ ਜਦੋਂ ਵੀ ਜਾਈਏ, ਮੇਰੀ ਕੋਸ਼ਿਸ਼ ਹੁੰਦੀ ਆ ਕਿ ਸਮਾਗਮ ਦੇ ਅੰਤ ਤੱਕ ਬੈਠ ਕੇ ਦੇਗ ਕਮ ਸੇ ਕਮ ਜ਼ਰੂਰ ਲੈ ਕੇ ਜਾਈਏ। ਸਾਡੇ ਨਾਲ ਇੱਕ ਕਲਚਰ ਪੈਦਾ ਹੋ ਗਿਆ ਬੁਲਾਰਿਆਂ ਦੇ ਅੰਦਰ ਖਾਸ ਕਰਕੇ ਕਿ ਜਿਹਨੂੰ ਜਦੋਂ ਟਾਈਮ ਮਿਲ ਗਿਆ ਆਪਣੀ ਗੱਲ ਕੀਤੀ ਤੇ ਖਿਸਕ ਲਓ, ਕਿਉਂਕਿ ਆਪਣੀ ਤਾਂ ਵੀਡੀਓ ਬਣ ਗਈ, ਫੋਟੋ ਹੋ ਗਈਆਂ। ਇਹ ਸਾਰਿਆਂ 'ਤੇ ਲਾਗੂ ਨਹੀਂ ਹੁੰਦੀਆਂ, ਕੁਛ ਦੀਆਂ ਮਜਬੂਰੀਆਂ ਵੀ ਹੁੰਦੀਆਂ। ਪਰਵਾਨਾ ਸਾਹਿਬ ਦਾ ਸਫ਼ਰ ਵੀ ਕਾਫੀ ਲੰਮਾ ਸੀ, ਹੋ ਸਕਦਾ ਉਹ ਇਸ ਮਜਬੂਰੀ 'ਚ ਚਲੇ ਗਏ ਹੋਣ ਅਤੇ ਕੋਈ ਦਿਲ 'ਤੇ ਬਣਾ ਲਾਵੇ, ਪਰ ਅਕਸਰ ਸਾਡੇ 'ਚ ਕਲਚਰ ਪੈਦਾ ਹੋ ਗਿਆ। ਰਾਗੀ ਢਾਡੀ ਆਉਂਦੇ ਆ, ਜਦੋਂ ਕੀਰਤਨ ਦਾ ਸਮਾਂ ਖਤਮ ਹੋਇਆ ਆਪਣੇ ਚੱਕਦੇ ਆ ਬੈਗ ਤੇ ਨਿਕਲ ਲਓ। ਹੁਣ ਸੰਗਤ ਨੂੰ ਲਗਾਤਾਰ ਬੇਨਤੀਆਂ ਕੀਤੀਆਂ ਜਾਂਦੀਆਂ ਵੀ ਤੁਸੀਂ ਬੈਠੇ ਰਹੋ, ਜਿਵੇਂ ਆਪਾਂ ਕਿਸੇ ਨੂੰ ਸਜ਼ਾ ਦੇ ਰਹੇ ਹੁੰਦੇ ਵੀ ਤੁਹਾਨੂੰ ਤਾਂ ਤੁਸੀਂ ਤਾਂ ਭੁਗਤਣੀ ਆ, ਹੁਣ ਕੋਈ ਗੱਲ ਨਹੀਂ। ਮੈਂ ਕੋਸ਼ਿਸ਼ ਕਰੂੰਗਾ ਕਿ ਜਿੰਨਾ ਵੀ ਸਮਾਂ ਮਾਈਕ ਤੋਂ ਲਵਾਂ, ਬੁਲਾਰੇ ਨੇ ਗੁਰੂ ਦੀ ਬਖਸ਼ਿਸ਼ ਦੇ ਨਾਲ ਸੰਗਤ ਨੂੰ ਕੁਝ ਦੇ ਕੇ ਜਾਣਾ ਹੁੰਦਾ। ਉਹਨਾਂ ਦੇ ਸੰਗਤ ਦੇ ਕੀਮਤੀ ਸਮੇਂ ਨੂੰ ਉਹਦੀ ਬਣਦੀ ਕੀਮਤ ਅਦਾ ਕਰਨ ਦੀ ਕੋਸ਼ਿਸ਼ ਕਰਨੀ ਹੁੰਦੀ ਆ। ਸੰਗਤ ਦੇ ਅੰਦਰ ਵੀ ਇੱਕ ਇੱਦਾਂ ਦਾ ਰੁਝਾਨ ਬਣਨਾ ਸ਼ੁਰੂ ਹੋ ਗਿਆ ਕਿ ਸਾਨੂੰ ਨਾ ਜਿਹੜੀਆਂ ਮਤਲਬ ਇੰਟਰਸਟਿੰਗ ਜਿਹੀਆਂ ਗੱਲਾਂ ਹੁੰਦੀਆਂ ਉਹ ਸੁਣਨ ਦੇ ਵਿੱਚ ਅਸੀਂ ਚਾਹਤ ਮਹਿਸੂਸ ਕਰਦੇ ਹਾਂ ਵੀ ਯਾਰ ਜੋਸ਼ ਜਿਹੇ ਵਾਲੀ ਕੋਈ ਗੱਲ ਉੱਦਾਂ ਕਦੀ ਕਰੋ ਨਾ, ਮਜ਼ਾ ਜਿਹਾ ਬਣਿਆ ਰਹਿੰਦਾ। ਜਿਹੜੀ ਗੰਭੀਰ ਗੱਲ ਹੁੰਦੀ ਆ ਨਾ, ਉਹ ਸਾਡੇ ਦਿਮਾਗ ਨੂੰ ਥਕਾਉਂਦੀ ਆ, ਉਹ ਸਾਡੇ ਅੰਦਰ ਨਾ ਸੁਸਤੀ ਪੈਦਾ ਕਰਦੀ ਆ, ਕਿਉਂਕਿ ਅਸੀਂ ਗੰਭੀਰ ਗੱਲ ਸੁਣਨ ਦੇ ਨਾ ਬਾਹਲੇ ਆਦੀ ਨਹੀਂ ਰਹੇ। ਮੈਨੂੰ ਯਾਦ ਆ ਇੱਕ ਸਮਾਂ ਦਿੱਲੀ ਦੇ ਵਿੱਚ ਇੱਕ ਕਾਨਫਰੰਸ ਹੋਈ ਸੀ, ਉਹਦੇ ਵਿੱਚ ਕਸ਼ਮੀਰ ਦੇ ਮੁੰਡਿਆਂ ਨੇ, ਜਿਹੜੀ ਕਸ਼ਮੀਰ ਦੀ ਮੂਵਮੈਂਟ ਚੱਲਦੀ ਸੀ ਆਜ਼ਾਦੀ ਦੀ, ਉਹਨਾਂ ਨੇ ਇੱਕ ਕਾਨਫਰੰਸ ਕੀਤੀ ਸੀ ਦਿੱਲੀ ਦੇ ਵਿੱਚ, ਜਿਹੜੀ ਸਵੇਰੇ 8 ਵਜੇ ਸਟਾਰਟ ਹੋਈ ਸੀ ਤਾਂ ਲਗਭਗ ਸ਼ਾਮ ਦੇ 8 ਵਜੇ ਖਤਮ ਹੋਈ। ਔਰ ਜਿਹੜਾ ਲੋਕਾਂ ਨੇ ਉਹ ਅਟੈਂਡ ਕੀਤੀ, ਅਸੀਂ ਤਾਂ ਨੈੱਟ 'ਤੇ ਦੇਖੀ। ਮੈਂ ਉਸ ਟਾਈਮ ਦਲ ਖਾਲਸਾ ਦੇ ਯੂਥ ਵਿੰਗ ਦੇ ਵਿੱਚ ਸੇਵਾ ਨਿਭਾ ਰਿਹਾ ਸੀ, ਅਤੇ ਜਿਹੜੇ ਸਿੰਘਾਂ ਨੇ ਉਹ ਅਟੈਂਡ ਕੀਤੀ ਉਹ ਕਹਿੰਦੇ ਭਈ ਸ਼ਾਮੀ 8 ਵਜੇ ਤੱਕ ਇੰਨਾ ਸਾਇਲੈਂਟ ਮਾਹੌਲ ਸੀ ਔਰ ਇੰਨੀ ਡੀਪ ਕੌਨਸਨਟ੍ਰੇਸ਼ਨ ਸੀ ਸੰਗਤ ਦੀ ਬੁਲਾਰਿਆਂ ਦੇ ਵਿੱਚ, ਭਈ ਕਿਸੇ ਨੇ ਪਾਣੀ ਦਾ ਘੁੱਟ ਵੀ ਨਹੀਂ ਮੰਗਿਆ। ਉੱਥੋਂ ਪਤਾ ਲੱਗਦਾ ਕਿ ਤੁਸੀਂ ਕਿਸੇ ਚੀਜ਼ ਨੂੰ ਅਹਿਮੀਅਤ ਕਿੰਨੀ ਦਿੰਦੇ ਆ, ਕਿਸੇ ਵਿਚਾਰ ਨੂੰ। ਅਸੀਂ ਅਹਿਮੀਅਤ ਫਿਲਮਾਂ ਨੂੰ ਦਿੰਦੇ, ਇੱਕ ਦਿਨ 'ਚ ਭਾਵੇਂ 4 ਫਿਲਮਾਂ ਲਗਾਤਾਰ ਦਿਖਾ ਲਓ ਤੇ ਰੋਟੀ ਵੀ ਨਾ ਮਿਲੇ, ਭਾਵੇਂ ਬੱਚਿਆਂ ਦੇ ਹੱਥ 'ਚ ਮੋਬਾਈਲ ਫੜਾ ਦਿਓ ਤੇ ਉਹ ਗੇਮ ਖੇਡ ਲੈਣ, ਭਾਵੇਂ ਸਾਰੀ ਦਿਹਾੜੀ ਖਿਡਾਈ ਚੱਲੋ, ਥੱਕਣਗੇ ਨਹੀਂ। ਇਹਦਾ ਮਤਲਬ ਸਾਨੂੰ ਥਕਾਨ ਕਦੋਂ ਨਹੀਂ ਮਹਿਸੂਸ ਹੁੰਦੀ? ਜਦੋਂ ਸਾਡੀ ਚਾਹਤ ਹੁੰਦੀ ਹੈ ਕਿਸੇ ਚੀਜ਼ ਦੇ ਵਿੱਚ। ਫਿਲਮ ਦੇਖਣ 'ਚ ਖੁਦ ਦੀ ਚਾਹਤ ਹੁੰਦੀ ਹੈ ਨਾ, ਤੇ ਉਹ ਸਵਾਦ ਪੈਦਾ ਕਰਦੀ ਹੈ। ਗੰਭੀਰ ਚਰਚਾ 'ਚ ਸਾਡਾ ਇੰਟਰਸਟ ਖਤਮ ਹੋ ਗਿਆ।
ਸਾਨੂੰ ਨਾ ਜੋਸ਼ੀਲੀਆਂ ਜਿਹੀਆਂ ਗੱਲਾਂ ਬਹੁਤ ਚੰਗੀਆਂ ਲੱਗਣ ਲੱਗ ਪਈਆਂ। ਅਸੀਂ ਥੋੜੇ ਗੰਭੀਰ ਹੋਈਏ। ਵੀਰ ਹਰਜਿੰਦਰ ਸਿੰਘ ਨੇ ਜਿਹੜੀ ਗੱਲ ਕੀਤੀ ਨਾ, ਉਹ 'ਚ ਬਹੁਤ ਗੰਭੀਰਤਾ ਸੀ। ਨਿੱਕੀ ਨਿੱਕੀ ਗੱਲ ਦੇ ਵਿੱਚ ਬੰਦੇ ਦੀ ਆਵਾਜ਼ ਦੇ ਵਿੱਚ ਨਾ ਉਹਦਾ ਦਰਦ ਝਲਕਦਾ। ਤੇ ਜ਼ਰੂਰੀ ਨਹੀਂ ਹੁੰਦਾ ਕਿ ਬਹੁਤ ਡੂੰਘੀਆਂ ਗੱਲਾਂ ਸੰਗਤ ਦੇ ਅਸਰ ਪਾਉਣ। ਸੰਤ ਜਰਨੈਲ ਸਿੰਘ ਜੀ ਖਾਲਸਾ ਜਾਂ ਭਿੰਡਰਾਂ ਵਾਲੇ ਜਦੋਂ ਬੋਲਦੇ ਸੀ ਨਾ, ਉਹ ਇਹ ਨਹੀਂ ਕੋਈ ਸਾਇੰਸ ਦੀ ਬਹੁਤ ਡੂੰਘੀ ਗੱਲ ਕਰਦੇ ਸੀ ਜਾਂ ਕੋਈ ਦੁਨੀਆ ਦੀ ਬਹੁਤ ਵੱਡੀ ਕੋਈ ਫਿਲਾਸਫੀ ਦੇ ਵਿੱਚੋਂ ਕੱਢ ਕੇ ਗੱਲ ਕਰਦੇ ਸੀ। ਉਹ ਸਿੱਧੀ ਤੇ ਸਰਲ ਭਾਸ਼ਾ 'ਚ ਗੱਲ ਕਰਦੇ ਸੀ, ਪਰ ਜਿਹੜੀ ਕਰਦੇ ਸੀ ਨਾ ਇੱਥੋਂ ਦਿਲੋਂ ਨਿਕਲਦੀ ਸੀ ਤੇ ਸੰਗਤ ਦੇ ਹਿਰਦਿਆਂ ਤੇ ਅਸਰ ਕਰਦੀ ਸੀ। ਉਹ ਹੁਣ ਅੱਜ ਦਿਖਾਵਾ ਜਾਂ ਫੁਕਰਬਾਜੀ ਨਹੀਂ ਸੀ ਭਈ ਹਿਰਦੇ 'ਚ ਤੇ ਕੁਝ ਹੋਰ ਚੱਲ ਰਿਹਾ, ਦਿਮਾਗ 'ਚ ਤੇ ਕੁਝ ਹੋਰ ਚੱਲਦਾ ਪਿਆ, ਭਈ ਮੈਂ ਹਰਮਨ ਪਿਆਰਾ ਜਿਹਾ ਹੋ ਜਾਵਾਂ। ਉਹ ਸੰਗਤ ਦੇ ਹਿਰਦੇ ਨਹੀਂ ਟੁੰਬ ਸਕਦੀ ਗੱਲ ਜੇ ਦਿਲੋਂ ਨਹੀਂ ਨਿਕਲ ਰਹੀ ਤਾਂ। ਮੁੱਦੇ ਤੇ ਆਉਣਾ ਤੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਕੁਝ ਨੁਕਤੇ ਸੰਗਤ ਨਾਲ ਸਾਂਝੇ ਕੀਤੇ ਜਾਣ। ਦੀਪ ਸਿੱਧੂ ਬਾਰੇ ਗੱਲਾਂ ਬਹੁਤ ਹੋ ਗਈਆਂ, ਮੈਂ ਨਹੀਂ ਕਰੂੰਗਾ ਕੋਈ ਵੀ ਗੱਲ। ਇੱਥੋਂ ਬੋਲ ਰਿਹਾ, ਭੁੱਲ ਜਾਓ ਕਿ ਕੌਣ ਬੋਲ ਕੇ ਗਿਆ ਸੀ, ਬੰਦਾ ਕੌਣ ਸੀ। ਬੇਸ਼ੱਕ ਨੀਵੀਆਂ ਪਾ ਕੇ ਅੱਖਾਂ ਬੰਦ ਕਰ ਲਓ, ਕੋਈ ਇਤਰਾਜ਼ ਨਹੀਂ, ਦੇਖੋ ਬਣਾ, ਕੈਮਰਾ ਬੰਦ ਕਰ ਦਿਓ, ਲੋੜ ਨਹੀਂ। ਜੋ ਬੋਲਣ ਲੱਗਾ ਅਗਰ ਚੰਗਾ ਲੱਗੇ ਤੇ ਉਹ ਆਪ ਦੇ ਹਿਰਦੇ 'ਚ ਵਸਾ ਕੇ ਉਹ ਗੱਲ 10 ਬੰਦਿਆਂ ਤੱਕ ਪਹੁੰਚਾਇਓ ਜ਼ਰੂਰ। ਸਿੱਖੀ ਕਨਸੈਪਟ ਆ, ਉਹ ਵਿਚਾਰ ਨਾਲ ਜੁੜਦੇ ਆ, ਸ਼ਕਲਾਂ ਨਾਲ, ਤਸਵੀਰਾਂ ਨਾਲ ਨਹੀਂ, ਬੰਦਿਆਂ ਨਾਲ ਨਹੀਂ। ਪਰ ਅੱਜ ਅਸੀਂ ਕਿੱਥੇ ਆ ਕੇ ਖੜ ਗਏ ਆ ਕਿ ਸਾਡੇ 'ਚ ਕੁਝ ਗੁਰੂ ਘਰੋਂ ਵਰਸਾਈਆਂ ਰੂਹਾਂ ਆਉਂਦੀਆਂ, ਉਹ ਸਾਡੀ ਕੌਮ ਨੂੰ ਜਗਾ ਕੇ ਜਾਂਦੀਆਂ। ਪਰ ਕੌਮ ਪਿੱਛੇ ਕੀ ਕਰਦੀ ਆ? ਉਹਨਾਂ ਦੇ ਸਰੀਰਾਂ ਨੂੰ, ਉਹਨਾਂ ਦੀ ਹੋਂਦ ਨੂੰ ਬੈਠ ਕੇ ਰੋਣ ਲੱਗ ਪੈਂਦੀ, ਗਾਂ ਨਹੀਂ ਤੁਰਦੀ। ਇੱਕ ਰੂਹ ਆਈ ਜਿਹਨੇ ਕੌਮ ਨੂੰ ਜਗਾਇਆ, ਉਹ ਕੁਝ ਮੁੱਦੇ ਲੈ ਕੇ ਆਇਆ, ਕੌਮ ਨੂੰ ਕੁਝ ਹਲੂਣਾ ਦੇ ਕੇ ਗਿਆ ਵੀ ਐ ਨਹੀਂ ਜੀਆਂ ਸਰਨਾ ਸਾਡਾ, ਸਾਨੂੰ ਆਪਣੇ ਜੀਣ ਦਾ ਤੇ ਸੋਚਣ ਦਾ ਢੰਗ ਬਦਲਣਾ ਪੈਣਾ। ਉਹਦੀ ਬੋਲੀ ਦੇ ਵਿੱਚ ਇੱਕ ਲਫ਼ਜ਼ ਹਰ ਕੰਨ ਨੇ ਸ਼ਾਇਦ ਸੁਣਿਆ ਹੋਵੇਗਾ, ਜਿਹਨੇ ਦੀਪ ਸਿੱਧੂ ਨੂੰ ਮਾੜਾ ਜਿਹਾ ਵੀ ਸੁਣਿਆ, ਹੋਂਦ। ਇਹ ਸਾਡੀ ਹੋਂਦ ਦੀ ਲੜਾਈ ਹੈ। ਸਾਡੇ ਚੋਂ ਕਿੰਨੇ ਸਮਝੇ ਪਈ ਹੋਂਦ ਕੀ ਚੀਜ਼ ਆ ਤੇ ਇਹ ਲੜਾਈ ਕੀ ਆ। ਮੈਂ ਥੋੜਾ ਜਿਹਾ ਗੰਭੀਰ ਵਿਸ਼ੇ ਨੂੰ ਟੱਚ ਕਰ ਰਿਹਾ, ਹੋ ਸਕਦਾ ਤੁਹਾਨੂੰ ਸੁਸਤੀਆਂ ਪੈਣ, ਪਰ ਜੇ ਇਕਾਗਰਤਾ ਬਣਾ ਕੇ ਰੱਖੋਗੇ ਤਾਂ ਨੀਂਦ ਨਹੀਂ ਆਊਗੀ, ਝੁਕੋਗੇ ਨਹੀਂ। ਹੋਂਦ ਦੀ ਲੜਾਈ ਕਿਵੇਂ ਆ ਤੇ ਹੋਂਦ ਚੀਜ਼ ਕੀ ਆ? ਹੋਂਦ ਤੇ ਅੱਜ ਜੇ ਸਾਡੀ ਹਸਤੀ ਆ ਜਿਹੜੀ ਨਾ, ਅਸੀਂ ਉਹਨੂੰ ਹੋਂਦ ਕਹਿੰਦੇ, ਤੇ ਹਸਤੀ ਬੰਦੇ ਦੀ ਫਿਜ਼ੀਕਲ ਨਹੀਂ ਹੁੰਦੀ ਵੀ ਸਰੀਰ ਕਰਕੇ ਇੱਕ ਇਨਸਾਨ ਖੜਾ ਤੇ ਉਹਦੀ ਹਸਤੀ ਹੈ। ਜਦੋਂ ਉਹ ਹੋਂਦ ਦੀ ਗੱਲ ਕਰਦਾ ਸੀ ਨਾ, ਉਹ ਇੱਕ ਕੌਮ ਦੀ ਗੱਲ ਕਰਦਾ ਸੀ। ਕੌਮ ਦੀ ਦੇਹ ਪੰਥ ਦੇ ਵਿੱਚੋਂ ਪਛਾਣੀ ਜਾਂਦੀ ਆ ਤੇ ਉਹਦੀ ਜਿਹੜੀ ਹਸਤੀ ਆ ਨਾ, ਉਹਦੇ ਸਿਧਾਂਤਾਂ ਚੋਂ ਪਛਾਣੀ ਜਾਂਦੀ ਹੈ। ਸਾਡੀ ਹੋਂਦ ਨੂੰ ਖਤਰਾ ਕਿੱਦਾਂ ਆ? ਹੋਂਦ ਤੇ ਉਹਨਾਂ ਦੀ ਵੀ ਆ ਜਿਹੜੇ ਅੱਜ ਸਰਕਾਰ ਦੀਆਂ ਦਿੱਤੀਆਂ ਸੁਵਿਧਾਵਾਂ ਨੂੰ ਇੰਜੋਏ ਕਰਦੇ ਪਏ ਆ, ਮਾਣ ਰਹੇ ਆ। ਉਹ ਤਾਂ ਕਹਿਣਗੇ ਯਾਰ ਇਹ ਬੰਦੇ ਜੇ ਅਗਰ ਆ ਗਏ, ਜੇ ਦੀਪ ਸਿੱਧੂ ਵਰਗੇ ਆ ਗਏ ਤੇ ਸਾਡੀ ਹੋਂਦ ਖਤਮ ਹੋ ਜੂ। ਸਾਡੀ ਹੋਂਦ ਕੀ ਆ? ਸਾਡਾ ਜਿਹੜਾ ਸਮਾਜਿਕ ਢਾਂਚਾ ਆ, ਸਾਡੀ ਹੋਂਦ ਆ ਉਹ। ਸਾਡੀ ਪੋਲੀਟੀਕਲ ਆਇਡੈਂਟੀਟੀ ਸਾਡੀ ਹੋਂਦ ਆ। ਸਾਡਾ ਜਿਹੜਾ ਰਾਜਨੀਤਿਕ ਢਾਂਚਾ ਆ ਉਹ ਸਾਡੀ ਹੋਂਦ ਆ। ਸਾਡਾ ਧਾਰਮਿਕ ਅਕੀਦਾ ਜਿਹੜਾ ਉਹ ਸਾਡੀ ਹੋਂਦ ਦਾ ਹਿੱਸਾ ਆ। ਜਿਹੜੀ ਸਾਡੀ ਮਾਨਸਿਕਤਾ ਆ ਉਹ ਸਾਡੀ ਹੋਂਦ ਦਾ ਹਿੱਸਾ ਆ। ਜਦੋਂ ਕਹਿੰਦਾ ਸਾਡੀ ਇਹ ਚੀਜ਼ਾਂ ਖਤਰੇ 'ਚ ਆ ਨਾ, ਇਟ ਮੀਨਸ ਸਾਡੀ ਹੋਂਦ ਖਤਰੇ 'ਚ ਆ। ਹੁਣ ਉਹ ਖਤਰੇ 'ਚ ਕਿਵੇਂ ਆ? ਇੱਕ ਅੱਜ ਜਿਹੜੀ ਦਿੱਕਤ ਸਾਡੇ ਅੰਦਰ ਚੱਲ ਰਹੀ ਆ ਨਾ, ਉਹ ਇਹ ਆ ਕਿ ਅਸੀਂ ਸਮਝ ਨਹੀਂ ਪਾ ਰਹੇ ਕਿ ਅਸੀਂ ਲੜਨਾ ਕਿਹਦੇ ਨਾਲ ਆ, ਸਾਡੀ ਜੰਗ ਕਿਹਦੇ ਨਾਲ ਆ ਤੇ ਸਾਡਾ ਨੁਕਸਾਨ ਕੌਣ ਪਹੁੰਚਾ ਰਿਹਾ। ਇੱਕ ਐਗਜ਼ਾਮਪਲ ਦਿੰਨਾ, ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ, ਇਸ ਤੋਂ ਵੱਡੀ ਗੱਲ ਤੇ ਕੌਮ ਦੇ ਲਈ ਕੋਈ ਨਹੀਂ ਹੋ ਸਕਦੀ। ਬੰਦੇ ਹਸਤੀਆਂ ਛੱਡ ਦਈਏ, ਬੰਦਿਆਂ ਦੇ ਉੱਤੇ ਤੇ ਕਰੈਕਟਰਾਂ ਤੇ ਉਂਗਲਾਂ ਚੱਕੀਆਂ ਜਾਂਦੀਆਂ, ਕਮੀਆਂ ਕੱਢੀਆਂ ਜਾਂਦੀਆਂ ਤੇ ਬੜੇ ਸਾਰੇ ਪਹਿਲੂ ਹੁੰਦੇ ਆ। ਸਾਡੀ ਦਰਬਾਰ ਸਾਹਿਬ ਦੇ ਉੱਤੇ ਜਦੋਂ ਅਟੈਕ ਹੋ ਗਿਆ, ਹੁਣ ਇਹ ਅਟੈਕ ਹੋਇਆ, ਹਮਲਾ ਹੋਇਆ, ਸਾਡੀ ਕੌਮ ਨੂੰ ਅੱਜ ਤੱਕ ਇਹ ਨਹੀਂ ਸਮਝ ਲੱਗੀ ਕਿ ਉਹ ਹਮਲਾ ਕੀਤਾ ਕਿਹਨੇ ਆ। ਅਸੀਂ ਸਮਝ ਨਹੀਂ ਪਾਏ ਕੀਤਾ ਕਿਹਨੇ ਆ। ਅਸੀਂ ਪੁਰਾਣੇ ਇਤਿਹਾਸ ਦੀਆਂ ਗੱਲਾਂ ਕਰਦੇ ਕਿ ਅਸੀਂ ਮੁਗਲਾਂ ਨਾਲ ਲੜੇ,
ਅਸੀਂ ਗੋਰਿਆਂ ਨਾਲ ਲੜੇ, ਅਸੀਂ ਫਲਾਨੀ ਧਿਰ ਦੇ ਨਾਲ ਲੜੇ, ਅਸੀਂ ਆਪਣੀਆਂ ਜਿੱਤ ਦੀਆਂ ਗੱਲਾਂ ਕਰਦੇ ਹਾਂ। ਉਹਦੇ ਪਿੱਛੇ ਵੱਡਾ ਕਾਰਨ ਸੀ ਕਿ ਸਾਨੂੰ ਦੁਸ਼ਮਣ ਦੀ ਕਲੈਰਿਟੀ ਸੀ, ਸਾਨੂੰ ਪਤਾ ਹੀ ਸਾਡਾ ਦੁਸ਼ਮਣ ਕੌਣ ਹੈ। ਅੱਜ ਕੌਮ ਕਨਫਿਊਜ਼ ਪਤਾ ਕਿੱਥੇ ਆ? ਅੱਜ ਕੌਮ ਨੂੰ ਇਹ ਨਹੀਂ ਪਤਾ ਲੱਗ ਰਿਹਾ ਵੀ ਲੜਨਾ ਕਿਹਦੇ ਨਾਲ ਆ। ਪਹਿਲਾਂ ਲੜਾਈ ਸਿੱਧੀ ਸਿੱਧੀ ਸੀ ਸਰੀਰਾਂ ਦੇ ਨਾਲ, ਸਾਨੂੰ ਦਿਸ ਰਿਹਾ ਸੀ ਉਹ ਮੁਗਲੇ ਆ ਲੜਨੇ ਆ, ਫੌਜ ਚੜ੍ਹ ਕੇ ਆ ਗਈ, ਤਲਵਾਰਾਂ ਚੱਕੀਆਂ ਲੜ ਲਈਆਂ। ਅੱਜ ਜੰਗ ਤਲਵਾਰਾਂ ਦੀ ਨਹੀਂ ਰਹੀ, ਇਸ ਕਰਕੇ ਅਸੀਂ ਨਾ ਕਨਫਿਊਜ਼ ਹੁੰਨੇ ਆ, ਅਸੀਂ ਸਮਝ ਨਹੀਂ ਪਾਉਂਦੇ ਕਿ ਦੁਸ਼ਮਣ ਕੌਣ ਹੈ ਸਾਡਾ। ਦਰਬਾਰ ਸਾਹਿਬ ਦੇ ਅਟੈਕ ਨੂੰ ਸਾਡੇ ਚੋਂ ਕੋਈ ਦੱਸ ਸਕਦਾ ਕਿ ਸਾਡਾ ਦੁਸ਼ਮਣ ਕੌਣ ਹੈ? ਸਾਡੇ ਵਿੱਚੋਂ ਬਹੁਤ ਸਾਰੇ ਬੰਦਿਆਂ ਦੇ ਚੇਨੀਅਤ ਦੇ ਵਿੱਚ ਸ਼ਾਇਦ ਕਿਤੇ ਨਾ ਕਿਤੇ ਸਾਨੂੰ ਦੁਸ਼ਮਣ ਉਹ ਫੌਜ ਲੱਗਦੀ ਆ ਜਿਹਨੇ ਦਰਬਾਰ ਸਾਹਿਬ ਦੇ ਵਿੱਚ ਨਾਪਾਕ ਪੈਰ ਪਾਏ। ਸਾਡੇ ਵਿੱਚੋਂ ਕੁਝ ਬੰਦਿਆਂ ਨੂੰ ਦੁਸ਼ਮਣ ਉਹ ਜਮਾਤ ਲੱਗਦੀ ਜਿਹਨੇ ਆਰਡਰ ਦਿੱਤੇ। ਸਾਨੂੰ ਲੱਗਦਾ ਸ਼ਾਇਦ ਉਹਦੀ ਕਸੂਰਵਾਰ ਕਾਂਗਰਸ ਆ, ਕਿਉਂਕਿ ਇੱਥੇ ਸਾਡੇ ਚੋਂ ਸਾਰੇ ਕਿਸੇ ਨਾ ਕਿਸੇ ਪਾਰਟੀ ਨਾਲ ਇਨਵੋਲਵ ਆ। ਤੇ ਉਹ ਕਹਿੰਦੇ ਜੀ ਨਹੀਂ 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 ਨਹੀਂ, ਅਕਾਲੀ ਦਲ ਦਾ, ਫਲਾਣੇ ਦਾ, ਧਿਮਕੜੇ ਦਾ, ਝਾੜੂ ਵਾਲਿਆਂ ਦਾ ਕੋਈ ਕਸੂਰ ਨਹੀਂ, ਦਰਬਾਰ ਸਾਹਿਬ ਤੇ ਕਾਂਗਰਸ ਵਾਲਿਆਂ ਨੇ ਢਾਇਆ। ਸਾਡੇ ਵਿੱਚੋਂ ਕਈਆਂ ਨੂੰ ਇਹ ਲੱਗਦਾ ਕਿ ਨਹੀਂ, ਦਰਬਾਰ ਸਾਹਿਬ ਦੇ ਕਸੂਰਵਾਰ ਸਾਡੇ ਹੀ ਭਰਾ ਆ ਜਿਹੜੇ ਦਰਬਾਰ ਸਾਹਿਬ 'ਚ ਬੈਠੇ ਸੀ ਹਥਿਆਰ ਲੈ ਕੇ। ਸਾਡੇ ਦੁਸ਼ਮਣ ਦੀ ਅੱਜ ਇਹ ਪ੍ਰਾਪਤੀ ਆ ਕਿ ਉਹਨੇ ਸਾਨੂੰ ਆਹ ਅੱਖਾਂ ਤੋਂ ਤਾਂ ਸਾਨੂੰ ਦਿੰਦਾ ਆ, ਐਸ ਅੱਖ ਤੋਂ ਸਾਨੂੰ ਅੰਨ੍ਹਿਆ ਕਰਕੇ ਰੱਖ ਦਿੱਤਾ। ਅੱਜ ਦੁਸ਼ਮਣ ਦੀ ਪਛਾਣ ਕਰਨ ਦੇ ਵਿੱਚ ਵੀ ਅਸੀਂ ਅਸਮਰੱਥ ਹੋ ਗਏ। ਸਾਡੀ ਲੜਾਈ ਅੱਜ ਵਿਚਾਰਧਾਰਕ ਆ, ਅੱਜ ਸਾਡੀ ਲੜਾਈ ਆਈਡੀਓਲੋਜੀ ਦੀ ਆ। ਆਈਡੀਏ ਦੇ ਨਾਲ ਸਾਡਾ ਦੁਸ਼ਮਣ ਸਾਨੂੰ ਮਾਰਦਾ ਪਿਆ ਤੇ ਸਾਨੂੰ ਆਪ ਦੇ ਦੁਸ਼ਮਣ ਦੀ ਪਛਾਣ ਕਰਨ ਦੀ ਜ਼ਰੂਰਤ ਆ। ਸਾਡਾ ਦੁਸ਼ਮਣ ਉਹ ਆ ਜਿਹਦੇ ਹੱਥ 'ਚ ਅੱਜ ਇੱਕ ਰਾਜ ਆ ਗਿਆ, ਇੱਕ ਆਈਡੀਓਲੋਜੀ ਜਿਹਦੇ ਕੋਲ ਆਪ ਦਾ ਇੱਕ ਰਾਜ ਭਾਗ ਆ। ਕਿਸੇ ਰਾਜ ਭਾਗ ਨੂੰ ਕੋਈ ਆਈਡੀਓਲੋਜੀ ਰਨ ਕਰਦੀ ਆ। ਦੁਨੀਆ ਦੇ ਜਿੰਨੇ ਮੁਲਕ ਆ ਨਾ, ਉਹਨਾਂ ਨੂੰ ਚਲਾਉਂਦੀ ਇੱਕ ਆਈਡੀਓਲੋਜੀ ਆ। ਅਰਬ ਕੰਟਰੀਆਂ ਨੂੰ ਅਸੀਂ ਕਹਿੰਦੇ ਨਾ ਬੜੀਆਂ ਕਰੂਰ ਆ, ਉਹਨਾਂ ਦੇ ਪਿੱਛੇ ਇੱਕ ਆਈਡੀਓਲੋਜੀ ਖੜੀ ਆ ਤੇ ਉਹ ਆਈਡੀਓਲੋਜੀ ਦਾ ਵੀ ਕੋਈ ਸੋਰਸ ਹੁੰਦਾ ਆ। ਉਹ ਹੁਣ ਜ਼ਿਆਦਾ ਗੰਭੀਰ ਗੱਲ ਚੱਲ ਜਾਣੀ, ਮੈਂ ਉਧਰ ਨੂੰ ਨਾ ਜਾਵਾਂ। ਆਈਡੀਏ ਵੀ ਕਿਤੇ ਆਉਂਦੇ ਆ, ਆਈਡੀਓਲੋਜੀ ਵੀ ਕਿਤੇ ਖੜੀ ਹੁੰਦੀ ਆ, ਉਹਦੇ ਪਿੱਛੇ ਕੌਮਾਂ ਦੀ ਜ਼ਿੰਦਗੀ ਖੜੀ ਹੁੰਦੀ ਆ। ਹਰ ਕੌਮ ਆਪਣੇ ਰਹਿਬਰਾਂ ਦੇ ਕੋਲੋਂ ਆਪ ਦੀ ਆਈਡੀਓਲੋਜੀ ਦੀ ਲੈਂਦੇ ਹੈਗੇ ਰੋਸ਼ਨੀ। ਜਿਹੜੀਆਂ ਕ੍ਰਿਸਚੈਨਿਟੀ ਦੇ ਥੱਲੇ ਕੰਟਰੀਆਂ ਚੱਲਦੀਆਂ ਨਾ, ਉਹ ਆਪ ਦੀ ਆਈਡੀਓਲੋਜੀ ਜਿਹੜੀ ਹੈਗੀ ਕ੍ਰਿਸਚੈਨਿਟੀ ਦੇ ਵਿੱਚੋਂ ਲੈਂਦੇ ਆ। ਮੁਸਲਿਮ ਜਿਹੜੀਆਂ ਕੰਟਰੀਜ਼ ਨੂੰ ਰਨ ਕਰਦੇ ਆ ਨਾ, ਉਹ ਆਪ ਦੇ ਆਈਡੀਆ ਮੁਸਲਿਮ ਧਰਮ ਦੇ ਵਿੱਚੋਂ ਲੈਂਦੇ ਆ। ਜੇ ਇਹ ਕੰਟਰੀ ਰਨ ਕੀਤੀ ਜਾ ਰਹੀ ਨਾ, ਇਹਦੇ ਪਿੱਛੇ ਬ੍ਰਾਹਮਣਵਾਦੀ ਸੋਚ ਦੇ ਵਿੱਚੋਂ ਆਈਡੀਆ ਕੱਢੇ ਜਾਂਦੇ ਆ, ਉਹਦੇ ਨਾਲ ਤੁਹਾਨੂੰ ਗੁਲਾਮ ਕੀਤਾ ਜਾਂਦਾ ਹੈ। ਇੱਥੇ ਇੱਕ ਆਈਡੀਓਲੋਜੀ ਰਨ ਕਰਦੀ ਹੈ ਇਸ ਦੇਸ਼ ਨੂੰ, ਆਈਡੀਓਲੋਜੀ ਚਲਾਉਂਦੀ ਪਈ ਹੈ ਇਸ ਮੁਲਕ ਨੂੰ, ਤੇ ਉਹ ਆਈਡੀਓਲੋਜੀ ਦੇ ਜ਼ਰੀਏ ਇੱਥੋਂ ਦੇ ਜਿਹੜੇ ਮਨੀਪੁਰੀਜ਼ ਆ ਉਹਨਾਂ ਨੂੰ ਖਾਂਦੇ ਪਏ, ਆਈਡੀਓਲੋਜੀ ਦੇ ਜ਼ਰੀਏ ਉਹ ਨਾਗਾਜ਼ ਨੂੰ ਖਾਂਦੇ ਪਏ ਆ, ਆਈਡੀਓਲੋਜੀ ਦੇ ਜ਼ਰੀਏ ਉਹ ਕਸ਼ਮੀਰ ਵਾਲਿਆਂ ਨੂੰ ਖਾ ਰਹੇ ਆ, ਆਈਡੀਓਲੋਜੀ ਦੇ ਜ਼ਰੀਏ ਉਹ ਸਿੱਖਾਂ ਨੂੰ ਖਾ ਰਹੇ ਆ। ਇੱਕ ਆਈਡੀਓਲੋਜੀ ਜਿਹੜੀ ਜੈਨ ਮਤ ਨੂੰ ਖਾ ਗਈ, ਇੱਕ ਆਈਡੀਓਲੋਜੀ ਜਿਹੜੀ ਬੁੱਧ ਮਤ ਨੂੰ ਖਾ ਗਈ, ਉਹਨਾਂ ਨੇ ਗਰਕ ਕਰਤੇ, ਖਤਮ ਕਰਤੇ। ਅੱਜ ਜੈਨੀ ਕੋਈ ਹੈ ਜੋ ਜੈਨ ਧਰਮ ਦੇ ਅਨੁਸਾਰ ਜੀਂਦਾ ਹੋਵੇ? ਹੁਣ ਅੱਜ ਇਸ ਆਈਡੀਓਲੋਜੀ ਦਾ, ਇਸ ਸਟੇਟ ਦਾ ਪੂਰਾ ਜ਼ੋਰ ਲੱਗਾ ਹੋਇਆ ਵੀ ਜਿੱਦਾਂ ਜੈਨ ਤੇ ਬੁੱਧ ਨੂੰ ਖਾ ਲਿਆ, ਸ਼ਾਇਦ ਇਦਾਂ ਹੀ ਮੈਂ ਸਿੱਖਾਂ ਨੂੰ ਵੀ ਖਾ ਜੂ। ਪਰ ਮਤ ਸੋਚੇ ਆਈਡੀਓਲੋਜੀ ਭਈ ਇਹ ਪੰਥ ਜਿਹਨੂੰ ਉਹ ਨਿਗਲਣ ਦੀ ਕੋਸ਼ਿਸ਼ ਕਰਦੇ ਨਾ, ਇਹ ਕਿਸੇ ਬੰਦੇ ਦਾ ਬਣਾਇਆ ਨਹੀਂ ਹੈ। ਹਰ ਧਰਮ ਦਾ ਕੋਈ ਪੈਗੰਬਰ ਜਿਹਦਾ ਸ਼ਾਇਦ ਹਜੇ ਸਫ਼ਰ ਅਧੂਰਾ ਆ। ਪਰ ਇਹ ਧਰਮ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਾਂ ਗੁਰੂ ਨਾਨਕ ਪਾਤਸ਼ਾਹ ਇਹਦੀ ਨੀਂਹ ਰੱਖਦੇ ਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨੂੰ ਸੰਪੂਰਨਤਾ ਦਿੰਦੇ ਆ, ਉਹ ਕਿਤੇ ਨਹੀਂ ਕਹਿੰਦੇ ਕਿ ਮੇਰਾ ਪੰਥ ਆ। ਗੁਰੂ ਸਾਹਿਬ ਕਹਿੰਦੇ ਆ ਕਿ ਇਹ ਖਾਲਸਾ ਅਕਾਲ ਪੁਰਖ ਦੀ ਫੌਜ ਆ ਤੇ ਉਹਦੀ ਮੌਜ ਦੇ ਵਿੱਚ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਇਹ ਪਰਮਾਤਮਾ ਦੀ ਮੌਜ ਦੇ ਵਿੱਚੋਂ ਪ੍ਰਗਟ ਹੋਇਆ ਪੰਥ ਆ। ਇਹਨੂੰ ਦੁਨੀਆ ਦੀ ਕੋਈ ਆਈਡੀਓਲੋਜੀ ਖਾ ਨਹੀਂ ਸਕਦੀ। ਪਰ ਸਾਡੇ ਅੰਦਰ ਦੀ ਜਿਹੜੀ ਗੰਭੀਰਤਾ ਕਿਤੇ ਨਾ ਕਿਤੇ ਮੱਠੀ ਪੈਂਦੀ ਜਾ ਰਹੀ ਆ। ਅਸੀਂ ਇਸ ਚੀਜ਼ ਨੂੰ ਸਮਝੀਏ ਵੀ ਜਿਹੜਾ ਸਾਡਾ ਦੁਸ਼ਮਣ ਆ, ਹੁਣ ਹੋ ਸਕਦਾ ਉਹ ਮੁਗਲ ਨਾ ਹੋਵੇ, ਹੋ ਸਕਦਾ ਉਹ ਅੰਗਰੇਜ਼ ਨਾ ਹੋਵੇ, ਹੋ ਸਕਦਾ ਉਹ ਸ਼ਾਇਦ ਇੱਥੋਂ ਦਾ ਹਿੰਦੂ ਹੁਕਮਰਾਨ ਨਾ ਹੋਵੇ, ਬ੍ਰਾਹਮਣ ਜਿਹੜਾ ਬੋਦੀ ਧਾਰ ਕੇ ਸਾਨੂੰ ਲੜਨ ਆਊਗਾ। ਹੋ ਸਕਦਾ ਹੁਣ ਸਾਡੇ ਮੂਹਰੇ ਜਿਹੜਾ ਲੜਨ ਆਊਗਾ ਨਾ, ਉਹਦੇ ਸ਼੍ਰੀ ਸਾਹਿਬ ਵੀ ਪਾਈ ਹੋਊਗੀ, ਉਹਦੇ ਦਾੜੀ ਵੀ ਰੱਖੀ ਹੋਊਗੀ ਤੇ ਉਹਦੇ ਪੱਗ ਵੀ ਵੱਜੀ ਹੋਊਗੀ।
ਤੇ ਲੜਨ ਲੱਗਿਆ ਅਸੀਂ ਦੁਸ਼ਮਣ ਦੀ ਪਛਾਣ ਕਿੱਦਾਂ ਕਰਨੀ ਆ। ਜਦ ਤੱਕ ਅਸੀਂ ਇਹ ਚੀਜ਼ਾਂ ਨਹੀਂ ਸਮਝਦੇ ਤੇ ਦੀਪ ਸਿੱਧੂ ਦੀਆਂ ਬਰਸੀਆਂ ਮਨਾਉਣ ਦਾ ਸਾਨੂੰ ਹੱਕ ਕੋਈ ਨਹੀਂ। ਸਾਨੂੰ ਪਛਾਣ ਕਰਨੀ ਪਊਗੀ ਕਿ ਜਿਹੜਾ ਬੰਦਾ ਮੇਰੇ ਸਾਹਮਣੇ ਖੜਾ ਉਹਦੀ ਸਿਧਾਂਤਕ ਲਾਈਫ ਕੀ ਆ, ਉਹ ਕਿਹੜੀ ਆਈਡੀਓਲੋਜੀ ਨੂੰ ਰਨ ਕਰਦਾ ਪਿਆ, ਕਿਹੜੀ ਆਈਡੀਓਲੋਜੀ ਨੂੰ ਤਾਕਤ ਦਿੰਦਾ ਪਿਆ। ਅੱਜ ਪੱਗਾਂ ਬੰਨ੍ਹ ਕੇ ਅੱਜ ਲੋਕੀ ਭਾਜਪਾ 'ਚ ਸ਼ਾਮਲ ਹੋਏ ਕਿ ਨਹੀਂ ਹੋਏ। ਸੋ ਜਿਹੜਾ ਸਾਡੀ ਦਿੱਕਤ ਤੇ ਪਰੇਸ਼ਾਨੀ ਹੈ ਨਾ, ਉਹ ਇਹ ਹੀ ਆ ਕਿ ਅਸੀਂ ਦਿਮਾਗੀ ਤੌਰ ਦੇ ਉੱਤੇ ਜਿਹੜੀ ਗੁਰੂ ਕੋਲ ਅਸੀਂ ਅਰਦਾਸ ਕਰਦੇ ਆ, ਅਰਦਾਸ ਦੇ ਵਿੱਚ ਅਸੀਂ ਉਹਦੇ ਕੋਲ ਦਾਤ ਮੰਗਦੇ ਆ ਪਾਤਸ਼ਾਹ ਦੇ ਕੋਲੋਂ, ਵਿਵੇਕ ਦਾਨ। ਤੋ ਵਿਵੇਕ ਬੁੱਧੀ ਦੇ ਨਾਲ ਸਾਨੂੰ ਸਮਝ ਕੇ ਚੱਲਣ ਦੀ ਜ਼ਰੂਰਤ ਆ। ਅੱਜ ਹੋ ਸਕਦਾ ਸਾਨੂੰ ਇਮੋਸ਼ਨਲੀ ਗੱਲਾਂ ਕਰਕੇ ਟੱਚ 'ਚ ਲਿਆ ਕੇ ਸਾਡਾ ਨੁਕਸਾਨ ਕਰਨ ਵਾਲੇ ਵੀ ਬੜੇ ਆ। ਸਾਨੂੰ ਸੂਝਵਾਨ ਹੋ ਕੇ, ਸਿਆਣੇ ਹੋ ਕੇ ਸਾਨੂੰ ਇਹ ਵਿਚਾਰਨ ਦੀ ਜ਼ਰੂਰਤ ਆ ਕਿ ਅਸੀਂ ਉਹ ਕੌਮ ਆ ਜਿਹੜੀ ਕੌਮ ਨੇ ਬੜਬੜੀਆਂ ਆਫਰਾਂ ਨੂੰ ਪੈਰ ਦੀ ਨੋਕ ਦੇ ਨਾਲ ਸੱਟ ਕੇ ਪਰੇ ਤੇ ਗੁਰੂ ਵੱਲ ਮੁਖ ਕਰਕੇ ਜ਼ਿੰਦਗੀ ਬਤੀਤ ਕੀਤੀ ਆ। ਅੱਜ ਇੰਡੀਆ ਦੇ ਵਿੱਚ ਸਾਨੂੰ ਆਫਰਾਂ ਦਿੱਤੀਆਂ ਜਾ ਰਹੀਆਂ ਕਿ ਤੁਹਾਡੀ ਕਿਸਮਤ ਦੇ ਫੈਸਲੇ, ਆ ਦੇਖੋ ਦਿੱਲੀ 'ਚ ਅਸੀਂ ਕਿੰਨਾ ਵਧੀਆ ਕਰ ਦਿੱਤਾ, ਤੁਹਾਡੀ ਕਿਸਮਤ ਦੇ ਫੈਸਲੇ ਇਦਾਂ ਹੀ ਪੰਜਾਬ 'ਚ ਆ ਕੇ ਵੀ ਕਰਾਂਗੇ। ਸਾਨੂੰ ਹਸਪੀਟਲ, ਸਕੂਲ ਤੇ ਸਾਨੂੰ ਇਨਫਰਾਸਟ੍ਰਕਚਰ ਤੇ ਦਿਖਾਇਆ ਜਾ ਰਿਹਾ। ਕੀ ਸਾਨੂੰ ਕੋਈ ਬੰਦਾ ਦੱਸ ਰਿਹਾ ਕਿ ਦਿੱਲੀ ਦੇ ਵਿੱਚ, ਸ਼ਹੀਨ ਬਾਗ ਦੇ ਵਿੱਚ ਉਸੇ ਆਈਡੀਓਲੋਜੀ ਨੇ ਕੀ ਸਲੂਕ ਕੀਤਾ ਮੁਸਲਮਾਨਾਂ ਦੇ ਨਾਲ? ਕੀ ਸਾਡੇ ਕਿਸੇ ਲੀਡਰ ਨੇ ਸਾਨੂੰ ਦੱਸਿਆ ਕਿ ਇਸੇ ਹੀ ਆਈਡੀਓਲੋਜੀ ਦੇ ਬੰਦੇ ਜਿਹੜਿਆਂ ਨੇ ਸਾਨੂੰ ਝਾੜੂ ਫੜਾਤਾ, ਉਹਦੇ ਅਰਥ ਕੀ ਆ? ਇੱਕ ਐਗਜ਼ਾਮਪਲ ਹੋਰ ਦੇ ਕੇ ਮੈਂ ਛੇਤੀ ਗੱਲ ਨੂੰ ਸਮ ਅਪ ਕਰਾਂ। ਬੜਾ ਪੰਥ ਦੇ ਅੰਦਰ ਇਸ ਵੇਲੇ ਚਰਚਿਤ ਵਿਸ਼ਾ ਆ ਕਿ ਭਗਵੰਤ ਮਾਨ ਦਿੱਲੀ ਗਿਆ, ਕੇਜਰੀਵਾਲ ਦੇ ਪੈਰੀਂ ਹੱਥ ਲਾਏ। ਕੇਜਰੀਵਾਲ ਦੇ ਪੈਰੀਂ ਹੱਥ ਲਾਏ। ਜਿਨ੍ਹਾਂ ਨੂੰ ਪੰਥ ਨਾਲ ਪਿਆਰ ਸੀ ਤੇ ਜਿਨ੍ਹਾਂ ਨੂੰ ਪੱਗਾਂ ਨਾਲ ਪਿਆਰ ਸੀ, ਉਹਨਾਂ ਨੂੰ ਬੜੀ ਤਕਲੀਫ ਹੋਈ ਕਿ ਸਿਰ ਤੇ ਪੱਗ ਬੰਨ੍ਹ ਕੇ ਪੰਜਾਬੀਆਂ ਨੂੰ ਰੀਪ੍ਰੈਜ਼ੈਂਟ ਕਰਨ ਵਾਲਾ ਬੰਦਾ ਉਹ ਕਿਵੇਂ ਝੁਕ ਕੇ ਦਿੱਲੀ ਦੇ ਅੱਗੇ ਤੇ ਸੀਸ ਝੁਕਾ ਕੇ ਤੇ ਉਹਦੇ ਪੈਰੀਂ ਹੱਥ ਲਾ ਰਿਹਾ। ਪਰ ਕਈਆਂ ਨੂੰ ਇਹਦੇ ਉਲਟ ਤਕਲੀਫ ਹੋਈ ਵੀ ਲਾਉਂਦੇ ਹੀ ਆ, ਇਹ ਤਾਂ ਕਨਸੈਪਟ ਇਹ 'ਚ ਕਿਹੜੀ ਗੱਲ ਹੈ? ਸਤਿਕਾਰ ਆ, ਸਤਿਕਾਰ ਆ। ਉਹ ਉਮਰ 'ਚ ਵੱਡਾ ਆ ਕੇਜਰੀਵਾਲ ਤੇ ਭਗਵੰਤ ਮਾਨ ਉਮਰ 'ਚ ਛੋਟਾ ਆ। ਕੇਜਰੀਵਾਲ ਨੇ ਭਗਵੰਤ ਮਾਨ ਦੀ ਮਾਂ ਦੇ ਵੀ ਤਾਂ ਪੈਰੀਂ ਹੱਥ ਲਾਇਆ ਸੀ। ਸਤਿਕਾਰ ਕੀ ਆ? ਸਤਿਕਾਰ ਨੂੰ ਸਮਝੋ। ਇਸ ਕਨਸੈਪਟ ਨੂੰ ਅਗਰ ਸਮਝਣਾ ਨਾ ਤੇ ਇਹਨੂੰ ਥੋੜਾ ਹੋਰ ਵੱਡਾ ਕਰਕੇ ਆਪਾਂ ਦੇਖਦੇ ਹਾਂ। ਜਦੋਂ ਅਸੀਂ ਪਿੰਡਾਂ ਦੇ ਵਿੱਚ ਵਿਚਰਦੇ ਲੋਕਾਂ ਨੂੰ ਕਹਿੰਦੇ ਮੜੀਆਂ ਮਸਾਣਾ ਤੇ ਨਾ ਜਾਓ, ਤੁਸੀਂ ਸਿੱਖ ਹੋ, ਤੁਸੀਂ ਮੂਰਤੀ ਦੇ ਪੁਜਾਰੀ ਚੰਗੇ ਨਹੀਂ ਲੱਗਦੇ, ਤੁਸੀਂ ਆ ਗਾਨੇ, ਤਬੀਤ, ਧਾਗੇ, ਤਿਲਕ ਤੇ ਮੰਦਰਾਂ 'ਚ ਮੱਥੇ ਟੇਕਣੇ ਬੰਦ ਕਰੋ। ਗੁਰੂ ਨੇ ਤੁਹਾਨੂੰ ਸ਼ਬਦ ਦੇ ਪੁਜਾਰੀ, ਸੁਰਤ ਨੂੰ ਸ਼ਬਦ ਵਿੱਚ ਜੋੜਨ ਦਾ ਕਨਸੈਪਟ ਦਿੱਤਾ। ਲੋਕੀ ਕਹਿੰਦੇ ਯਾਰ ਇਹ 'ਚ ਕਿਹੜੀ ਗੱਲ ਹੈ, ਅਸੀਂ ਤਾਂ ਸਤਿਕਾਰ ਕਰਦੇ, ਸਾਰੇ ਧਰਮਾਂ ਦਾ ਹੀ ਕਰਦੇ। ਬਹੁਤ ਗਿਣਤੀ ਇਸ ਮੁਲਕ ਦੇ ਵਿੱਚ ਹਿੰਦੂਇਜ਼ਮ ਰਹਿੰਦਾ ਪਿਆ ਤੇ ਹਿੰਦੂ ਅਕਸਰ ਇਹ ਗੱਲ ਕਹਿੰਦੇ ਕਿ ਅਸੀਂ ਬੜੇ ਖੁੱਲੇ ਦਿਲ ਵਾਲੇ ਆ, ਅਸੀਂ ਤਾਂ ਜੀ ਮੰਦਿਰ 'ਚ ਵੀ ਜਾਂਦੇ ਆ, ਅਸੀਂ ਦਰਬਾਰ ਸਾਹਿਬ ਵੀ ਮੱਥਾ ਟੇਕਣ ਜਾਂਦੇ ਆ, ਅਸੀਂ ਤਾਂ ਮਸੀਹ 'ਚ ਵੀ ਮੱਥਾ ਟੇਕ ਆਈ ਜਾਂਦਾ, ਸਾਨੂੰ ਤਾਂ ਕੋਈ ਦਿੱਕਤ ਨਹੀਂ, ਅਸੀਂ ਤਾਂ ਸਭ ਦਾ ਸਤਿਕਾਰ ਕਰਦੇ ਆ। ਸਿੱਖਾਂ ਨੂੰ ਕਿਹਾ ਜਾਂਦਾ ਬੜੇ ਤੰਗ ਦਿਲ ਆ, ਬੜੇ ਤੰਗ ਦਿਲ ਆ, ਇਹ ਕਿਤੇ ਨਹੀਂ ਜਾਂਦੇ, ਇਹ ਨਾ ਸੌੜੀ ਸੋਚ ਆ। ਇਸ ਸੌੜੀ ਸੋਚ ਨੇ ਜਦੋਂ ਕਿਸੇ ਦਾ ਜੰਜੂ ਲਾਇਆ ਜਾਂਦਾ ਤੇ ਉਹ ਜਾ ਕੇ ਸ਼ਹਾਦਤਾਂ ਦਿੰਦੇ। ਇਹ ਸਤਿਕਾਰ ਆ ਕਿਸੇ ਦੀ ਹੋਂਦ ਨੂੰ ਸਮਝਣਾ। ਤੇ ਜਿਹੜੇ ਸਾਨੂੰ ਕਹਿੰਦੇ ਅਸੀਂ ਬੜੇ ਫਰਾਗ ਦੇ ਲਿਆ ਤੇ ਦਰਬਾਰ ਸਾਹਿਬ ਤੇ ਮੱਥਾ ਟੇਕਣ ਜਾਂਦੇ ਆ, ਜਿੱਦਣ ਉਸੇ ਦਰਬਾਰ ਸਾਹਿਬ ਨੂੰ ਢਾਇਆ ਜਾਂਦਾ ਤੇ ਉਹੀ ਸਤਿਕਾਰ ਕਰਨ ਵਾਲੇ ਲੱਡੂ ਵੰਡਦੇ ਆ ਇੱਥੇ। ਸਤਿਕਾਰ ਦੀ ਅਹਿਮੀਅਤ ਨੂੰ ਸਮਝੋ। ਸਤਿਕਾਰ ਕੀ ਹੁੰਦਾ? ਇਹ ਨਹੀਂ ਹੈ ਕਿ ਮੱਥਾ ਵੀ ਟੇਕਦੇ ਤੇ ਢਿੱਠ ਦੇ ਤਾਂ ਲੱਡੂ ਵੀ ਵੰਡਦੇ ਆ। ਅਸੀਂ ਬੇਸ਼ੱਕ ਜਨੇਊ ਨਹੀਂ ਮੰਨਦੇ, ਅਸੀਂ ਕਿਸੇ ਮਸੀਤ ਨੂੰ ਨਹੀਂ ਮੰਨਦੇ, ਅਸੀਂ ਕਿਸੇ ਉਹਨਾਂ ਦੀ ਵਿਚਾਰਧਾਰਾ ਨੂੰ ਨਹੀਂ ਮੰਨਦੇ, ਪਰ ਸਾਡੇ ਦਿਲਾਂ 'ਚ ਸਤਿਕਾਰ ਆ ਵੀ ਉਹਨਾਂ ਦੀ ਹਸਤੀ ਦੀ ਅਸੀਂ ਕਦਰ ਕਰਦੇ। ਉਹ ਹੈ, ਸਾਨੂੰ ਕੋਈ ਇਤਰਾਜ਼ ਨਹੀਂ। ਇਹ ਸਤਿਕਾਰ ਕਰਨ ਵਾਲੇ ਸਾਡੀਆਂ ਪੱਗਾਂ ਤਾਂ ਲਾ ਸਕਦੇ ਆ, ਸਾਡੇ ਦਰਬਾਰ ਢੱਠੇ ਦੇ ਉੱਤੇ ਲੱਡੂ ਤਾਂ ਵੰਡ ਸਕਦੇ ਆ, ਸਾਡੀਆਂ ਧੀਆਂ ਭੈਣਾਂ ਦੀਆਂ ਬੇਪੱਤੀਆਂ ਤੇ ਮੂੰਹ ਸੀਲ ਦੇ ਸਕਦੇ ਆ। ਸਾਡਾ 3 ਦਿਨ ਲਗਾਤਾਰ ਦਿੱਲੀ ਦੇ ਵਿੱਚ ਕਤਲੇਆਮ ਹੁੰਦਾ, ਉੱਥੇ ਕੋਈ ਚੂੰ ਕਰਕੇ ਨਹੀਂ ਬੋਲਦਾ। ਪੂਰੇ ਮੁਲਕ ਦੇ ਵਿੱਚੋਂ ਕੋਈ ਬੰਦਾ। ਮੁਲਕ ਕੰਧਾਂ ਨਹੀਂ ਹੁੰਦੀਆਂ, ਮੁਲਕ ਕੋਈ ਦੀਵਾਰਾਂ, ਸੜਕਾਂ, ਇਨਫਰਾਸਟ੍ਰਕਚਰ, ਬਿਲਡਿੰਗਸ ਨਹੀਂ ਹੁੰਦੀਆਂ, ਮੁਲਕ ਬੰਦੇ ਹੀ ਹੁੰਦੇ ਆ। ਸਾਡਾ ਦਰਬਾਰ ਇੱਕ ਮੁਲਕ ਨੇ ਢਾਇਆ ਆ, ਕਿਸੇ ਪਾਰਟੀ, ਕਿਸੇ ਵਿਸ਼ੇਸ਼ ਨੇ ਨਹੀਂ ਢਾਇਆ। ਸਾਡੀ ਜੰਗ ਇੱਕ ਮੁਲਕ ਦੇ ਖਿਲਾਫ ਆ।
ਉਸ ਮੁਲਕ ਦੇ ਜਿਹਨੂੰ ਜਿਹੜਾ ਮੁਲਕ ਅੱਜ ਜਿਹੜੀ ਆਈਡੀਓਲੋਜੀ ਇਸ ਮੁਲਕ ਨੂੰ ਰਨ ਕਰ ਰਹੀ ਆ, ਇਹ ਚੀਜ਼ ਨੂੰ ਸਮਝੋ, ਇਹਨੂੰ ਪਾਰਟੀਆਂ 'ਚ ਵੰਡ ਕੇ ਨਾ ਦੇਖੋ। ਤੇ ਜਿਵੇਂ ਅਸੀਂ ਦੁਸ਼ਮਣ ਨੂੰ ਵੰਡ ਲਿਆ ਨਾ, ਉਵੇਂ ਅਸੀਂ ਆਪਣੇ ਆਪ ਨੂੰ ਵੀ ਵੰਡ ਲਿਆ। ਆ ਮਿਸ਼ਨਰੀ, ਆ ਟਕਸਾਲੀ, ਆ ਤੇ ਰਾਧਾ ਸਵਾਮੀ ਦੇ ਜਾਂਦਾ, ਆ ਫਲਾਨੀ। ਅਸੀਂ ਇੱਕ ਕੌਮ ਆ ਤੇ ਕੌਮੀਅਤ ਦੇ ਤੌਰ ਦੇ ਉੱਤੇ ਅਸੀਂ ਆਪਣੇ ਆਪ ਨੂੰ ਰਿਪਰੈਜ਼ੈਂਟ ਕਰੀਏ ਤੇ ਅਸੀਂ ਇਹ ਸੋਚੀਏ ਕਿ ਇੱਕ ਕੌਮ ਦੀ ਜੰਗ, ਇੱਕ ਆਈਡੀਓਲੋਜੀ ਦੀ ਜੰਗ, ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਵਿਚਾਰਧਾਰਾ ਸਾਨੂੰ ਮਿਲਦੀ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਵਿਚਾਰਧਾਰਾ, ਗੁਰੂ ਨਾਨਕ ਪਾਤਸ਼ਾਹ ਦੀ ਵਿਚਾਰਧਾਰਾ, ਜਿਹੜੀ ਵਿਚਾਰਧਾਰਾ ਨੇ ਕਿਹਾ ਕਿ ਮੈਂ ਇਸ ਜੰਜੂ ਨੂੰ ਵੀ ਮੰਨਦਾ, ਉਸ ਦਿਨ ਤੋਂ ਜਿਹੜੀ ਜੰਗ ਸ਼ੁਰੂ ਹੋਈ ਨਾ, ਅਸੀਂ ਉਹ ਜੰਗ ਦੇ ਲੜਾਕੂ ਆ। ਅਸੀਂ ਕਿਸੇ ਝਾੜੂ ਵਾਲੇ ਦੇ ਜਾਂ ਕਿਸੇ ਕਮਲ ਦੇ ਫੁੱਲ ਵਾਲੇ ਦੇ ਜਾਂ ਕਿਸੇ ਪੰਜੇ ਦੇ ਤੱਕੜੀ ਵਾਲੇ ਦੇ ਲੜਾਕੂ ਨਹੀਂ ਆ। ਅਸੀਂ ਪੁੱਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਫੌਜ ਆ। ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੌਜ, ਪਰਮਾਤਮਾ ਦੀ ਮੌਜ ਦੇ ਵਿੱਚ ਸਿਰਜੇ ਉਸ ਖਾਲਸਾ ਪੰਥ ਦੇ ਲੜਾਕੂ ਯੋਧਿਆਂ ਦੀ ਤਰ੍ਹਾਂ ਸੋਚੀਏ ਅਸੀਂ, ਜੇਕਰ ਅਸੀਂ ਆਪਣੀਆਂ ਜੰਜੀਰਾਂ ਜਿਹੜੀਆਂ ਗੁਲਾਮੀ ਦੀਆਂ ਕੱਟਣੀਆਂ। ਇੱਕ ਆਖਰੀ ਨੁਕਤਾ, ਗੁਲਾਮੀ ਤੇ ਮਾਨਸਿਕਤਾ ਜਿਹੜੀ ਆ, ਉਹਦੀ ਗੁਲਾਮੀ 'ਚ ਫਰਕ ਕੀ ਆ, ਉਹ ਸਾਂਝਾ ਕਰਕੇ ਮੈਂ ਸਮਾਪਤੀ ਕਰ ਦੇਣੀ। ਅੱਜ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਕਹਿਣ ਜਾਓ ਤੁਹਾਡੇ ਹਵਾਰੇ ਭਿਓਰੇ ਰਾਜੋਆਣੇ ਸਭ ਛੱਡੇ ਜਾਓ। ਜਿਹੜੇ ਪਾਣੀਆਂ ਦੇ ਮਸਲੇ ਦੀ ਤੁਸੀਂ ਗੱਲ ਕਰਦੇ ਆ, ਤੁਹਾਨੂੰ ਆਪਦੇ ਬੱਚਿਆਂ ਦੇ ਪਾਣੀਆਂ ਦੀ ਫਿਕਰ ਹੈ, ਪਾਣੀ ਵੀ ਦੇ ਦਿੱਤਾ ਤੁਹਾਨੂੰ। ਤੁਹਾਡੀ ਸਿੱਖਾਂ ਦੀ ਹਰ ਇੱਕ ਮੰਗ ਲਈ, ਸਾਰੀਆਂ ਮੰਗਾਂ ਮੰਨ ਲਈਆਂ ਤੁਹਾਡੀਆਂ, ਕੋਈ ਐਸੀ ਮੰਗ ਨਹੀਂ ਜਿਹਨੂੰ ਅਸੀਂ ਜੇ ਤੋਂ ਮੁਨਕਰ ਹੁੰਨੇ ਆ। ਕੀ ਫੇਰ ਅਸੀਂ ਆਪ ਦੇ ਰਾਜ ਭਾਗ ਦੀ ਗੱਲ ਨਹੀਂ ਕਰ ਸਕਦੇ? ਕੀ ਨਹੀਂ ਕਰਾਂਗੇ? ਖਾਲਸਾ ਰਾਜ ਦੀ ਮੰਗ ਅਸੀਂ ਫੇਰ ਵੀ ਕਰਨੀ ਆ, ਕਿਉਂਕਿ ਅਸੀਂ ਇੱਕ ਕੌਮ ਆ, ਅਸੀਂ ਹੱਕ ਰੱਖਦੇ ਆ ਰਾਜ ਦੀ ਮੰਗ ਕਰਨ ਦਾ। ਇਹ ਕੋਈ ਮਜਬੂਰੀ ਨਹੀਂ ਆ ਸਾਡੀ ਕਿ ਕੋਈ ਇਹ ਮੰਗ ਕੋਈ ਮਜਬੂਰੀ ਚੋਂ ਨਿਕਲੀ ਹੋਈ ਆ। ਇਹ ਸਾਡਾ ਹੱਕ ਆ, ਕੌਮੀ ਹੱਕ ਆ, ਤੇ ਇਹ ਅਸੀਂ ਲੈ ਕੇ ਰਵਾਂਗੇ। ਉਹਦੇ ਤੱਕ ਸਾਡੀ ਜੰਗ ਚੱਲੂਗੀ। ਸਾਨੂੰ ਸਟੇਟ ਗੁਲਾਮ ਕਰਨ ਦੇ ਲਈ ਸਾਡੇ ਦਿਮਾਗਾਂ ਦੇ ਅੰਦਰ ਆਈਡੀਏ ਭਰਦੀ ਪਈ ਆ। ਜੇਕਰ ਕੋਈ ਕ੍ਰਿਸਚਨ ਕਹਿੰਦਾ ਕਿ ਫਲਾਣੇ ਮੁਲਕ ਸਾਡੀ ਸੋਚ ਦੇ ਉੱਤੇ ਚੱਲਦੇ ਆ, ਉਹ ਬੜੇ ਮਾਣ ਨਾਲ ਕਹਿੰਦੇ ਆ। ਅੱਜ ਦੋ ਮੁਲਕਾਂ ਦੀਆਂ ਲੜਾਈਆਂ ਚੱਲਦੀਆਂ ਪਈਆਂ ਵਰਲਡ ਲੈਵਲ ਤੇ, ਉਹ ਆਪਦੇ ਰਾਜ ਦੇ ਲਈ ਜਦੋਂ ਲੜਦੇ ਆ, ਜੇ ਯੂਕਰੇਨ ਲੜ ਰਿਹਾ ਜਾਂ ਰੂਸ ਲੜ ਰਿਹਾ ਨਾ, ਮਾਣ ਨਾਲ ਲੜ ਰਹੇ ਆ। ਜੇ ਕੋਈ ਮੁਸਲਮਾਨ ਕਹਿੰਦਾ ਕਿ ਸਾਡਾ ਪਾਕਿਸਤਾਨ ਪਾਕ ਆ, ਉਹ ਬੜਾ ਪ੍ਰਾਊਡ ਫੀਲ ਕਰਦਾ, ਮਾਣ ਮਹਿਸੂਸ ਕਰਦਾ ਕਿ ਮੇਰਾ ਦੇਸ਼ ਹੈ ਤੇ ਮੈਂ ਆਪਦੇ ਦੇਸ਼ ਲਈ ਲੜ ਰਿਹਾ। ਦੁਨੀਆ ਭਾਵੇਂ ਉਹਨਾਂ ਦਾ ਸਾਰਿਆਂ ਦਾ ਵਿਰੋਧ ਕਰੇ। ਜੇਕਰ ਇੱਥੇ ਅੱਜ ਹਿੰਦੂ ਆਈਡੀਓਲੋਜੀ ਰਾਜ ਕਰਦੀ ਹੈ ਇੰਡੀਆ ਦੇ, ਤੇ ਉਹ ਕਹਿੰਦੇ ਇਹਨੂੰ ਅਸੀਂ ਹਿੰਦੂ ਰਾਸ਼ਟਰ ਘੋਸ਼ਿਤ ਕਰਨਾ, ਤੇ ਉਹਨਾਂ ਦੇ ਅੰਦਰ ਕੋਈ ਘਿਰਣਾ ਨਹੀਂ ਆ, ਕੋਈ ਗਿਲਟੀ ਨਹੀਂ ਮਹਿਸੂਸ ਕਰਦੇ। ਉਹ ਮਾਣ ਨਾ ਕਹਿੰਦੇ ਆ ਕਿ ਅਸੀਂ ਇਹਨੂੰ ਹਿੰਦੂ ਰਾਸ਼ਟਰ ਬਣਾਉਣਾ, ਕਿਉਂਕਿ ਸਾਡਾ ਮੁਲਕ ਹੈ ਇਹ। ਪਰ ਇਸ ਮੁਲਕ ਨੇ ਸਾਡੇ ਦਿਮਾਗ ਦੇ ਉੱਤੇ ਜੰਜੀਰਾਂ ਕਿੱਦਾਂ ਪਾਈਆਂ। ਜੇ ਸਿੱਖ ਕਹਿ ਦੇਵੇ ਮੈਂ ਰਾਜ ਕਰਨਾ, ਤੇ ਸਿੱਖ ਭਰਾ ਹੀ ਕਹਿਣਗੇ ਓਏ ਓਏ ਵਾਹ ਗਲਤ ਗੱਲ ਕਰਤੀ। ਇਹਨੂੰ ਕਹਿੰਦੇ ਮਾਨਸਿਕ ਗੁਲਾਮੀ, ਕਿ ਜਦੋਂ ਤੁਸੀਂ ਆਪ ਦੇ ਹੱਕ ਦੀ ਗੱਲ ਕਰਨੀ ਆ, ਫਿਰ ਤੁਹਾਨੂੰ ਗਿਲਟੀ ਮਹਿਸੂਸ ਹੁੰਦੀ ਆ। ਜਿਹੜੀ ਚੀਜ਼ ਦਾ ਤੁਹਾਨੂੰ ਮਾਣ ਹੋਣਾ ਚਾਹੀਦਾ ਸੀ, ਜੇ ਤੁਹਾਨੂੰ ਇਸ ਲਫ਼ਜ਼ ਤੋਂ, ਖਾਲਸਾ ਰਾਜ ਤੋਂ ਇੰਨੀ ਚੜਿਆ, ਤਾਂ ਫਿਰ ਆਪਾਂ ਦੋਹਰੇ ਕਿਉਂ ਪੜ੍ਹਦੇ ਅਰਦਾਸ ਦੇ ਵਿੱਚ ਕਿ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਖੁਆਰ ਹੋਏ ਸਭ ਮਿਲਾਂਗੇ, ਬਚੇ ਸ਼ਰਨ ਜੋ ਹੋਏ। ਫਿਰ ਇਹਨਾਂ ਦੇ ਅਰਥ ਕੀ ਆ? ਜੇ ਅਸੀਂ ਰਾਜ ਭਾਗ ਦੀ ਗੱਲ ਨਹੀਂ ਕਰਨੀ, ਤੇ ਫਿਰ ਗੁਰੂ ਸਾਹਿਬ ਦੇ ਸਿਧਾਂਤਾਂ ਤੋਂ ਮੁੱਖ ਦੂਜੇ ਪਾਸੇ ਨੂੰ ਕਰ ਲਓ ਨਾ। ਫਿਰ ਮੀਰੀ ਤੇ ਪੀਰੀ ਦੀਆਂ ਢਾਡੀ ਵਾਰਾਂ ਕਿਉਂ ਗਾਉਂਦੇ ਪਏ ਆ ਅਸੀਂ? ਫਿਰ ਅਕਾਲ ਤਖਤ ਸਾਹਿਬ ਦੀ ਹਸਤੀ ਨੂੰ ਕਿਉਂ ਜਾ ਕੇ ਨਤਮਸਤਕ ਹੁੰਨੇ ਦਰਬਾਰ ਸਾਹਿਬ? ਸਿੱਧਾ ਸੱਚਖੰਡ ਮੱਥਾ ਟੇਕ ਕੇ ਮੁੜਿਆ ਕਰੋ, ਤੇ ਸ਼੍ਰੋਮਣੀ ਕਮੇਟੀ ਨੂੰ ਕਹੋ ਤੇ ਦਰਬਾਰ ਸਾਹਿਬ ਢਾਇਆ ਸੀ ਹਕੂਮਤ ਨੇ, ਫਿਰ ਕੋਈ ਗਲਤ ਨਹੀਂ ਕੀਤਾ, ਫਿਰ ਉਹਦੀ ਲੋੜ ਨਹੀਂ ਆ। ਜੇ ਸਟੇਟ ਦੀ ਆਈਡੀਓਲੋਜੀ ਤੇ ਚੱਲਣਾ, ਤਾਂ ਫਿਰ ਅਕਾਲ ਤਖਤ ਸਾਹਿਬ ਦੀ ਕੋਈ ਮਹਾਨਤਾ ਨਹੀਂ ਆ। ਪਰ ਜੇ ਸਿੱਖੀ ਰੋਹ ਰੀਤਾਂ ਦੇ ਅਨੁਸਾਰ ਚੱਲਣਾ ਆ, ਮਾਨਸਿਕ ਗੁਲਾਮੀ ਨੂੰ ਕੱਟ ਕੇ ਆਜ਼ਾਦ ਹੋ ਕੇ ਸੋਚਣਾ ਆ, ਤੇ ਫਿਰ ਅਕਾਲ ਤਖਤ ਸਾਹਿਬ ਸਾਡਾ ਸਿਧਾਂਤਕ ਉਹ ਤਖਤ ਆ, ਸਾਡਾ ਗੁਰੂ ਸਾਹਿਬ ਸਾਨੂੰ ਬਖਸ਼ ਕੇ ਗਏ ਆ। ਸੋ ਸ਼ਾਇਦ ਬੋਲਦਿਆਂ ਕੋਈ ਐਸੀ ਗੱਲ ਕਹਿ ਗਿਆ ਹੋਵਾਂ, ਕਿਸੇ ਦੇ ਹਿਰਦੇ ਨੂੰ ਦਿਖਾ ਗਈ ਹੋਵੇ, ਉਹਦੇ ਲਈ ਗੁਰੂ ਸਾਹਿਬ ਕੋਲੋਂ ਖਿਮਾ ਜਾ ਚੁੱਕੇ ਆ। ਪਰ ਸੰਗਤ ਦੇ ਚਰਨਾਂ 'ਚ ਇੱਕ ਵਾਰ ਫੇਰ ਇਹੀ ਬੇਨਤੀ ਆ ਕਿ ਅਸੀਂ ਥੋੜ੍ਹੇ ਜਿਹੇ ਗੰਭੀਰ ਹੋ ਕੇ ਵਿਚਾਰਾਂ ਨੂੰ ਸੋਚਣਾ ਤੇ ਸਮਝਣਾ ਸ਼ੁਰੂ ਕਰੀਏ। ਤੇ ਬੁਲਾਰਿਆਂ ਨੂੰ ਵੀ ਬੇਨਤੀ ਆ ਕਿ ਪੂਰੇ ਸਮਾਗਮ ਸੁਣਨ ਦੀਆਂ ਆਦਤਾਂ ਪਾਈਏ। ਸੰਗਤ ਨੂੰ ਵੀ ਬੇਨਤੀ ਆ ਵੀ ਜਦੋਂ ਆ ਹੀ ਗਏ ਘਰੋਂ ਚੱਲ ਕੇ, ਫਿਰ ਕੋਸ਼ਿਸ਼ ਕਰੀਏ
ਆਪਣੇ ਦਿੱਤੇ ਹੋਏ ਸਮੇਂ ਨੂੰ ਸਫਲਾ ਕਰਿਆ ਕਰੀਏ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।